एक सफल किसान की कहानी है जिहड़ा कि 2 किल्लियां चों ही 18-20 लाख रुपये की आमदन पैदा कर लैंदा है ते एक साल दे विच घट्टो घट्ट 18 तो 20 लाख रुपया कमा लैंदा है। वो भी खेती दे सिरों खेत दे विच एक वक्रे वक्रे तरह दियां फसलां उगा के डायरैक्ट मार्केट दे विच आप खुद जाके बेचदा है ते अपने प्रोडक्ट तो पैसे कमाउंदा है। कि ये सिरका बनाउण दा तरीका कित्थों सिੱਖਿਆ ते किवें ये सिरके दी खोज कीती? मेरे डैडी मेरे करते थे काम सिरका बनाते थे ਤੇ ਉਸ ਤੋਂ ਬਾਅਦ ਮੈਂ PAU ਤੋਂ ਟ੍ਰੇਨਿੰਗ ਲਈ ਤੇ ਮੈਨੂੰ ਇੰਟਰਸਟ ਹੋ ਗਿਆ ਆਰਗੈਨਿਕ। ਪਹਿਲਾਂ ਮੈਂ ਗੰਨਾ ਬੀਜਿਆ ਤੇ ਮੈਂ ਸੋਚਿਆ ਵੀ ਇਹ ਤੋਂ ਵੀ ਆਪਾਂ ਆਰਗੈਨਿਕ ਆਪਣਾ ਪ੍ਰੋਡਕਟ ਬਣਾਈਏ, ਵੀ ਸਿੱਧਾ ਮਿਲ ਨੂੰ ਕਿਉਂ ਵੇਚੀਏ, ਆਪਾਂ ਆਰਗੈਨਿਕ ਆਪਣਾ ਗੰਨਾ। उदों कोई जदों ये काम शुरू करिया बाकी नालों वक्री सोच रखी, उदों कोई ऐसी गल सुनने को मिली सी? ये बहुत मखौल करते थे लोग, बहुत ज़्यादा मखौल करे जी, टिचर करते थे भी आ पेशाब ਲਈ ਜਾਂਦੇ ਨੇ ਜੀ, ਆ ਐਂ ਕਰਦੇ ਨੇ, ਲੱਸੀ ਦੀ ਸਪਰੇਅ ਕਰਦੇ ਨੇ ਜਦੋਂ ਆਰਗੈਨਿਕ खेती ਕਰਦਾ ਸੀ ਮੈਂ। ਤੇ ਇਹਦੇ ਵਿੱਚ ਪਾਉਨੇ ਫਿਰ ਕਿਉਂ ਇਹ ਸਿਰਕਾ ਹੀ ਇਕੱਲਾ ਵਰਤਦੇ ਹੋ ਜਾਂ ਹੋਰ ਕੋਈ ਕੈਮੀਕਲ ਵਗੈਰਾ ਵੀ ਇਹ 'ਚ ਪੈਂਦਾ ਇਹਨੂੰ ਪ੍ਰੀਜ਼ਰਵ ਕਰਨ ਵਾਸਤੇ? ਇਹ ਇਕੱਲਾ ਗੰਨੇ ਦਾ ਰਸ ਪਾਉਂਦੇ ਜੀ ਅਸੀਂ, ਜਾਂ ਜਿਵੇਂ ਜਾਮਣ ਵਾਲਾ ਜਾਮਣਾ ਪਾਉਂਦੇ ਜੀ। ਮੇਰਾ ਗੰਨੇ ਦਾ ਰਸ ਆ ਜੀ, ਤੇ ਪ੍ਰੀਜ਼ਰਵ ਕਰਨ ਵਾਸਤੇ ਕੋਈ ਕੈਮੀਕਲ ਨਹੀਂ। BP ਜਿਵੇਂ ਘਟਦਾ 15 ਕੁ ਦਿਨਾਂ 'ਚ ਠੀਕ ਕਰ ਦਿੰਦਾ ਇਹ, ਜੇ ਵੱਧਦਾ ਉਹਨੂੰ ਹੌਲੀ ਹੌਲੀ ਮਤਲਬ ਡਾਕਟਰ ਦੀ ਸਲਾਹ ਨਾਲ ਟੈਸਟ ਕਰਾ ਕੇ ਉਹ ਗੋਲੀ ਵੀ ਛੁੱਟ ਜਾਂਦੀ ਆ। ਜਿਵੇਂ ਸ਼ੂਗਰ ਆ ਜੀ ਆਪਣੀ, ਤੇ ਜਿਵੇਂ ਸ਼ੂਗਰ ਨੂੰ ਬੰਦਾ ਸਿਰਕਾ ਪੀਣ ਲੱਗ ਗਿਆ, ਇਹ ਵੀ ਹੌਲੀ ਹੌਲੀ ਕਰਕੇ ਛੱਡਣੀ ਪੈਂਦੀ ਆ ਗੋਲੀ, ਟੀਕਾ ਹੀ ਬੰਦ ਹੋ ਜਾਂਦਾ, ਬਹੁਤ ਬੰਦਿਆਂ ਦਾ ਬੰਦ ਹੁੰਦਾ। ਇਹਦੀ ਇੱਕ ਬੋਤਲ ਦੀ ਕੀਮਤ ਕਿੰਨੀ ਹੈ? ਇਹ ਇੱਥੋਂ ਮੈਂ ਆਪਣੇ 100 ਰੁਪਏ ਦੀ ਇੱਕ ਬੋਤਲ ਦਿੰਦਾ ਜੀ, ਚਾਹੇ ਕੋਈ ਮੇਰਾ ਡੀਲਰ ਆ, ਬਾਕੀ ਖਰਚੇ ਉਹਦੇ ਪੈਂਦੇ ਨੇ। ਤੇ ਮੈਂ ਚਾਹੇ ਇੱਕ ਬੋਤਲ ਲੈ ਕੇ ਜਾਊ, ਚਾਹੇ ਬੰਦਾ 500 ਬੋਤਲ ਲੈ ਕੇ ਜਾਊ, ਮੇਰਾ ਰੇਟ ਇੱਕੋ ਹੀ ਹੈ। ਇਹਦਾ ਮੇਨ ਕੰਮ ਕੀ ਆ, ਪਹਿਲਾਂ ਇਹ ਬੰਦੇ ਦਾ ਪੇਟ ਠੀਕ ਕਰੂਗਾ ਜੀ, ਡਾਈਜੈਸਟਿਵ ਸਿਸਟਮ। ਉਸ ਤੋਂ ਬਾਅਦ ਇਹਨੇ ਸਾਰੀਆਂ ਜਿੰਨੀਆਂ ਸਰੀਰ ਦੀਆਂ ਨਾੜਾਂ ਨੇ ਉਹ 'ਚੋਂ ਫਾਲਤੂ ਚਰਬੀ ਖੋਲਦਾ ਜੀ। ਇਹ 5000 ਸਾਲ ਪਹਿਲਾਂ ਦੀ ਖੋਜ ਆ ਇਹ। ਕਮਿੰਦਰ ਸਿੰਘ ਜੀ, ਅਸਲ ਗੱਲ ਇਹ ਕਰੀ ਜਾਂਦੀ ਹੁੰਦੀ ਹੈ, ਜਿਵੇਂ ਹੁਣ ਆਪਾਂ ਖੇਤਾਂ ਦੇ ਵਿੱਚ ਖੜੇ ਹਾਂ ਕਿ ਖੇਤੀ ਲਾਹੇ ਦਾ ਧੰਦਾ ਨਹੀਂ ਹੈਗਾ, ਤੇ ਕਈ ਲੋਕ ਇਹ ਵੀ ਕਹਿੰਦੇ ਆ ਕਿ ਖੇਤੀ ਛੱਡ ਕੇ ਕੋਈ ਹੋਰ ਬਿਜ਼ਨਸ ਕਰ ਲੈਣਾ ਚਾਹੀਦਾ। ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਜਿਵੇਂ ਅਸੀਂ ਇੱਥੇ ਦੇਖ ਸਕਦੇ ਹਾਂ, ਤੁਸੀਂ ਗੰਨੇ ਦੀ ਫਸਲ ਵੀ ਆਪ ਉਗਾਉਂਦੇ ਹੋ, ਤੇ ਮਤਲਬ ਝੋਨੇ ਤੇ ਜੀਰੀ ਵਾਲਾ ਜਾਂ ਅਸੀਂ ਕਹਿ ਲਈਏ ਕਣਕ ਵਾਲੇ ਗੇੜ 'ਚੋਂ ਤੁਸੀਂ ਨਿਕਲੇ ਹੋਏ ਹੋ, ਤੇ ਫਿਰ ਇਹ ਲਾਹੇਬੰਦ ਹੁੰਦਾ? ਇਹ ਲਾਹੇਬੰਦ ਹੁੰਦਾ ਜੇ ਹੁਣ ਆਪਾਂ ਆਪਣਾ ਪ੍ਰੋਡਕਟ ਜੀ ਪੈਕਿੰਗ ਕਰਕੇ ਵੇਚਾਂਗੇ ਫਿਰ ਲਾਹਾ ਮਿਲੂਗਾ। ਜੇ ਆਪਾਂ ਮੰਡੀ ਸਿੱਟ ਕੇ ਆਉਣੀ ਆ ਜੀਰੀ ਟਰਾਲੀ ਕਣਕ ਦੀ ਜਾਂ ਮਿੱਲ 'ਚ ਵੇਚਣਾ, ਫਿਰ ਪੇਮੈਂਟ ਨਹੀਂ ਮਿਲਦੀ, ਉਹ ਖੱਜਲ ਖੁਆਰੀ ਹੈ ਜੀ। ਮਤਲਬ ਆਪਦੀ ਫਸਲ ਸਿੱਟੋ ਨਾ, ਆਪਦੀ ਫਸਲ ਦਾ ਮੁੱਲ ਪਾਓ, ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰ ਲਓ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੁਰਖਾਬ TV। ਆਖਿਆ ਜਾਂਦਾ ਹੈ ਕਿ ਦਿਨੋਂ ਦਿਨ ਜਿਹੜੀ ਕਿਸਾਨੀ ਹੈ ਉਹ ਡੁੱਬ ਰਹੀ ਹੈ, ਤੇ ਕਿਸਾਨ ਨੂੰ ਕੋਈ ਵੀ ਫਾਇਦਾ ਜਾਂ ਲਾਹਾ ਕਿਸਾਨੀ ਤੋਂ ਨਹੀਂ ਹੋ ਰਿਹਾ। ਪਰ ਅੱਜ ਇੱਕ ਐਸਾ ਕਿਸਾਨ ਤੁਹਾਨੂੰ ਮਿਲਾਵਾਂਗੇ, ਇੱਕ ਸਫਲ ਕਿਸਾਨ ਮਿਲਾਵਾਂਗੇ ਜਿਹੜਾ ਨਾਲ ਖੇਤੀ ਵੀ ਕਰਦਾ ਹੈ ਤੇ ਨਾਲ ਉਹਨਾਂ ਨੇ ਆਪਣਾ ਇੱਕ ਸਹਾਇਕ ਧੰਦਾ ਵੀ ਅਪਣਾਇਆ। ਉਹਨਾਂ ਨੇ ਲੁਧਿਆਣਾ ਯੂਨੀਵਰਸਿਟੀ ਤੋਂ, ਖੇਤੀਬਾੜੀ ਯੂਨੀਵਰਸਿਟੀ ਤੋਂ ਇੱਕ ਮੁਹਾਰਤ ਹਾਸਲ ਕੀਤੀ। ਉਹਨਾਂ ਨੇ ਇੱਕ ਸਿਰਕਾ ਬਣਾਇਆ ਐਸਾ ਜਿਹੜਾ ਕਿ 100 ਬਿਮਾਰੀਆਂ ਦਾ ਇਲਾਜ ਕਰਦਾ ਹੈ। ਜ਼ੈਲਦਾਰ ਸਿਰਕਾ ਨਾਮ ਵਜੋਂ ਇਹ ਸਿਰਕਾ ਜਾਣਿਆ ਜਾਂਦਾ ਹੈ, ਜਿਸ ਦੀ ਦੇਸ਼ਾਂ ਵਿਦੇਸ਼ਾਂ ਪੰਜਾਬ ਦੇ ਵਿੱਚ ਗੂੰਜ ਹੈ। ਇਹ ਸਿਰਕਾ ਇਹ ਆਪਣੇ ਖੇਤਾਂ ਦੇ ਵਿੱਚ ਤਿਆਰ ਕਰਦੇ ਹੈ, ਗੰਨੇ ਤੋਂ, ਲਸਣ ਤੋਂ, ਕੌੜ ਤੂੰਬਿਆਂ ਤੋਂ, ਤੇ ਹੋਰ ਬਹੁਤ ਸਾਰੇ ਪ੍ਰੋਡਕਟ ਨੇ ਜਿਹੜੇ ਇਹ ਆਰਗੈਨਿਕ ਜਾਣੀ ਕਿ ਜੈਵਿਕ खेती ਕਰਕੇ ਇਹ ਆਪਣੇ ਖੇਤਾਂ ਦੇ ਵਿੱਚ ਉਹ ਫਸਲ ਉਗਾਉਂਦੇ ਹੈ, ਫਿਰ ਉਹ ਫਸਲ ਤੋਂ ਇਹ ਸਿਰਕਾ ਬਣਾਉਂਦੇ ਹੈ। ਤੁਸੀਂ ਯਕੀਨ ਨਹੀਂ ਮੰਨੋਗੇ, ਇੱਕ ਸਾਲ ਦਾ 18 ਤੋਂ 20 ਲੱਖ ਰੁਪਈਆ ਇਹ ਸਿਰਕੇ ਦੀ ਕਮਾਈ ਕਰ ਲੈਂਦੇ ਆ।
ਹੁਣ ਹੈਰਾਨ ਹੋਵੋਗੇ ਕਿ ਇੱਕ ਕਿਸਾਨ ਇੰਨੇ ਪੈਸੇ ਕਿਵੇਂ ਕਮਾ ਸਕਦਾ ਹੈ, ਪਰ ਜੇਕਰ ਹਰ ਕਿਸਾਨ ਇਹ ਖੇਤੀ ਦੇ ਨਾਲ ਨਾਲ ਇੱਕ ਸਹਾਇਕ ਕਿੱਤਾ ਅਪਣਾ ਲਏ, ਜਿਵੇਂ ਡੇਅਰੀ ਫਾਰਮਿੰਗ, ਮੱਛੀ ਪਾਲਣ, ਜਾਂ ਜਿਵੇਂ ਖੇਤੀਬਾੜੀ ਯੂਨੀਵਰਸਿਟੀਆਂ ਤੋਂ ਸਿੱਖਿਆ ਲੈ ਕੇ ਕੋਈ ਸਹਾਇਕ ਧੰਦਾ ਅਪਣਾ ਲਏ, ਤਾਂ ਖੇਤੀ ਸਾਨੂੰ ਇੱਕ ਸਫਲਤਾ ਦੇ ਰਾਹ 'ਤੇ ਲੈ ਕੇ ਜਾ ਸਕਦੀ ਹੈ। ਸਾਡੇ ਨਾਲ ਮੌਜੂਦ ਨੇ ਕਿਸਾਨ ਗੁਰਮੀਤ ਸਿੰਘ, ਜਿਨ੍ਹਾਂ ਦਾ ਜ਼ੈਲਦਾਰ ਸਿਰਕਾ ਪੂਰੀ ਦੇਸ਼ ਦੁਨੀਆ ਦੇ ਅੰਦਰ ਛਾਇਆ ਹੋਇਆ। ਸਭ ਤੋਂ ਪਹਿਲਾਂ ਤਾਂ ਗੁਰਮੀਤ ਸਿੰਘ ਜੀ ਇਹ ਦੱਸੋ ਕਿ ਇਹ ਸਿਰਕਾ ਬਣਾਉਣ ਦਾ ਤਰੀਕਾ ਕਿੱਥੋਂ ਸਿੱਖਿਆ ਅਤੇ ਕਿਵੇਂ ਇਹ ਸਿਰਕੇ ਦੀ ਖੋਜ ਕੀਤੀ? ਇਹ ਮੈਂ ਪਹਿਲਾਂ ਜੀ ਮੈਂ ਮੇਰੇ ਡੈਡੀ ਮੇਰੇ ਕਰਦੇ ਤੇ ਕੰਮ, ਸਿਰਕਾ ਬਣਾਉਂਦੇ ਤੇ, ਅਤੇ ਉਸ ਤੋਂ ਬਾਅਦ ਮੈਂ PAU ਤੋਂ ਟ੍ਰੇਨਿੰਗ ਲਈ ਅਤੇ ਮੈਨੂੰ ਇੰਟਰਸਟ ਹੋ ਗਿਆ ਔਰਗੈਨਿਕ। ਪਹਿਲਾਂ ਮੈਂ ਗੰਨਾ ਬੀਜਿਆ, ਫਿਰ ਮੈਂ ਸੋਚਿਆ ਵੀ ਇਹ ਤੋਂ ਵੀ ਆਪਾਂ ਔਰਗੈਨਿਕ ਆਪਦਾ ਪ੍ਰੋਡਕਟ ਬਣਾਈਏ, ਵੀ ਸਿੱਧਾ ਮਿੱਲ ਨੂੰ ਕਿਉਂ ਵੇਚੀਏ ਆਪਾਂ ਔਰਗੈਨਿਕ ਆਪਣਾ ਗੰਨਾ। ਅਤੇ ਉਸ ਤੋਂ ਬਾਅਦ ਮੇਰੇ ਮਨ 'ਚ ਆਇਆ। ਅਤੇ ਜੇ ਮੈਂ ਗੱਲ ਕਰਾਂ, ਹੁਣ ਕਿੰਨਾ ਟਾਈਮ ਹੋ ਗਿਆ ਇਹ ਪ੍ਰੋਡਕਟ ਚੱਲਦੇ ਨੂੰ ਜ਼ੈਲਦਾਰ ਨਾਂ ਦੇ ਉੱਤੇ? ਇਹ 6 ਸਾਲ ਹੋ ਗਏ ਜੀ। 6 ਸਾਲ ਹੋ ਗਏ, ਜਾਣੀ ਕਿ ਇਹਦੇ ਤੋਂ ਖਰਚਾ ਨਿਕਲਿਆ ਆਉਂਦਾ ਹੈਗਾ? ਨਿਕਲਿਆ ਆਉਂਦਾ ਜੀ ਖਰਚਾ। ਅਤੇ ਮੁਨਾਫੇ ਦਾ ਧੰਦਾ ਹੈਗਾ ਇਹ? ਮੁਨਾਫੇ ਦਾ ਧੰਦਾ ਹੈਗਾ ਜੀ, ਹਾਂਜੀ। ਅਤੇ ਜੇ ਮੈਂ ਗੱਲ ਕਰਾਂ, ਖੇਤਾਂ ਦੇ ਵਿੱਚ ਕੀ ਕੁਝ ਬੀਜਦੇ ਹੋ ਜਿਹੜਾ ਇਹ ਪ੍ਰੋਡਕਟਾਂ ਦੇ ਵਿੱਚ ਪੈਂਦਾ? ਸਿਰਫ ਉਹੀ ਵਰਤਦੇ ਹੋ, ਉਹੀ ਚੀਜ਼ਾਂ ਉਗਾਉਂਦੇ ਹੋ ਖੇਤਾਂ ਦੇ ਵਿੱਚ? ਹਾਂਜੀ, ਉਹੀ ਉਗਾਉਂਦੇ ਆ ਜੀ। ਜਿਵੇਂ ਅਸੀਂ ਸੇਬ ਆ ਜੀ, ਸੇਬ ਅਸੀਂ ਮੁੱਲ ਲੈਂਦੇ ਹਾਂ। ਸੇਬ ਤੋਂ ਬਿਨਾਂ ਬਾਕੀ ਸਾਰੇ ਔਰਗੈਨਿਕ ਨੇ ਸਾਡੇ ਕੋਲੇ। ਜਿਵੇਂ ਜਾਮਣ ਆਪਣੀਆਂ ਸਾਰੇ ਆਪਣੇ ਨੇ ਪ੍ਰੋਡਕਟ ਜਿੰਨੇ ਵੀ ਹੈਗੇ, ਚੁਕੰਦਰ, ਲਸਣ, ਹਲਦੀ, ਅਤੇ ਕਿੱਕਰਾਂ ਵੀ ਆਪਦੀਆਂ ਤੁੱਕੇ, ਅਤੇ ਗਲੋਬੇਲ ਆ ਜੀ ਆਪਣੀ। ਇਹ ਸਾਰੇ ਆਪਦੇ ਨੇ ਪ੍ਰੋਡਕਟ, ਆਪਦਿਆਂ ਤੋਂ ਬਣਾਉਂਦੇ ਆ। ਇਹਨਾਂ 'ਤੇ ਕੋਈ ਰੇ ਸਪਰੇਅ ਤਾਂ ਵਰਤੋਂ ਤਾਂ ਨਹੀਂ ਕਰਦੇ? ਰੇ ਸਪਰੇਅ ਮੈਨੂੰ ਸਰਟੀਫਿਕੇਸ਼ਨ ਆ ਪੰਜਾਬ ਐਗਰੋ ਤੋਂ, ਸਰਟੀਫਿਕੇਸ਼ਨ ਇਹਦੇ ਸਰਟੀਫਿਕੇਟ ਨੰਬਰ ਵੀ ਆ ਸਰਟੀਫਿਕੇਸ਼ਨ ਦਾ। ਇੱਕ ਗੱਲ ਕਹੀ ਜਾਂਦੀ ਹੈ ਸਾਡੇ ਪਿੰਡਾਂ ਦੇ ਵਿੱਚ ਖਾਸ ਕਰਕੇ, ਕਿ ਜਦੋਂ ਕੋਈ ਐਸਾ ਕਿੱਤਾ ਸ਼ੁਰੂ ਕਰਦਾ ਜਾਂ ਐਸਾ ਸਹਾਇਕ ਕੰਮ ਸ਼ੁਰੂ ਕਰਦਾ ਹੈ, ਤਾਂ ਬਹੁਤ ਸਾਰੇ ਲੋਕ ਤਾਨੇ ਮਿਹਣੇ ਮਾਰਨ ਵਾਲੇ ਹੁੰਦੇ ਹੈ ਕਿ ਇਹ ਕੰਮ ਇਹਨੇ ਸ਼ੁਰੂ ਕਰ ਲਿਆ, ਇਹ ਕੰਮ ਚੱਲਣਾ ਤਾਂ ਹੈ ਨਹੀਂ। ਉਦੋਂ ਕੋਈ ਜਦੋਂ ਇਹ ਕੰਮ ਸ਼ੁਰੂ ਕਰਿਆ, ਬਾਕੀਆਂ ਨਾਲੋਂ ਵੱਖਰੀ ਸੋਚ ਰੱਖੀ, ਉਦੋਂ ਕੋਈ ਐਸੀ ਗੱਲ ਸੁਣਨ ਨੂੰ ਮਿਲੀ ਸੀ? ਇਹ ਬਹੁਤ ਮਖੌਲ ਕਰਦੇ ਤੇ ਲੋਕ, ਬਹੁਤ ਜ਼ਿਆਦਾ ਮਖੌਲ ਕਰੇ ਜੀ, ਟੀਚਰਾਂ ਕਰਦੇ ਤੇ ਵੀ ਆਹ ਪਿਸ਼ਾਬ ਲਈ ਜਾਂਦੇ ਨੇ ਜੀ, ਆਹ ਐਂ ਕਰਦੇ ਨੇ, ਲੱਸੀ ਦੀ ਸਪਰੇਅ ਕਰਦੇ ਨੇ, ਜਦੋਂ ਔਰਗੈਨਿਕ ਖੇਤੀ ਕਰਦਾ ਸੀ ਮੈਂ। ਅਤੇ ਜੇ ਮੈਂ ਗੱਲ ਕਰਾਂ, ਇਹ ਇੱਕ ਪ੍ਰੋਡਕਟ ਕਿੰਨੀਆਂ ਕੁ ਬਿਮਾਰੀਆਂ ਮਿਟਾ ਦਿੰਦਾ? ਇਹ ਬਿਮਾਰੀਆਂ ਇਸ ਤਰ੍ਹਾਂ ਜੀ, ਇਹਦਾ ਮੇਨ ਕੰਮ ਕੀ ਆ, ਪਹਿਲਾਂ ਇਹ ਬੰਦੇ ਦਾ ਪੇਟ ਠੀਕ ਕਰੂਗਾ ਜੀ, ਡਾਈਜੈਸਟਿਵ ਸਿਸਟਮ। ਉਸ ਤੋਂ ਬਾਅਦ ਇਹਨੇ ਸਾਰੀਆਂ ਜਿੰਨੀਆਂ ਸਰੀਰ ਦੀਆਂ ਨਾੜਾਂ ਨੇ ਉਹ 'ਚੋਂ ਫਾਲਤੂ ਚਰਬੀ ਖੋਲਦਾ ਜੀ। ਇਹ 5000 ਸਾਲ ਪਹਿਲਾਂ ਦੀ ਖੋਜ ਆ, ਇਹ ਕਿਸੇ ਨੇ ਡਿਵੈਲਪ ਨਹੀਂ ਕਰੀ। ਅਤੇ ਜਿਹੜੇ ਸਿਰਕੇ ਵੀ ਆਪਣੇ ਬਣਦੇ ਰਹੇ, ਕੈਮੀਕਲ ਵਾਲੇ ਬਣਦੇ ਰਹੇ, ਕੁਛ ਇੰਡੀਆ 'ਚ ਹੈਗੇ ਵੀ ਥੋੜ੍ਹੇ ਬੰਦੇ ਉਹ ਔਰਗੈਨਿਕ ਬਣਾਉਂਦੇ ਨੇ, ਉਹਦਾ ਆਪਾਂ ਕਹਿ ਨਹੀਂ ਸਕਦੇ। ਅਤੇ ਇੱਕ ਪ੍ਰੋਡਕਟ ਘੱਟ ਤੋਂ ਘੱਟ ਕਿੰਨੀਆਂ ਬਿਮਾਰੀਆਂ ਦੂਰ ਕਰਦਾ? ਇਹਦਾ ਜੀ ਤਕਰੀਬਨ ਬਹੁਤ ਹਜ਼ਾਰਾਂ ਹੀ ਬਿਮਾਰੀਆਂ ਖਤਮ ਕਰਦਾ ਇਹ। ਹਾਂਜੀ, BP ਸ਼ੂਗਰ ਨੂੰ ਸਾਰੇ ਕੰਮ ਕਰਦੇ ਨੇ ਜੀ, ਡਾਈਜੈਸਟਿਵ ਸਿਸਟਮ ਸਾਰੇ ਠੀਕ ਕਰਦੇ ਨੇ। ਇੱਕ ਖਾਸ ਕਰਕੇ ਪੰਜਾਬ ਦੇ ਵਿੱਚ ਬਿਮਾਰੀਆਂ ਬਹੁਤ ਚਰਚਿਤ ਨੇ, ਇੱਕ ਮੋਟਾਪਾ, ਇੱਕ ਸ਼ੂਗਰ, ਇੱਕ ਬਲੱਡ ਪ੍ਰੈਸ਼ਰ, ਅਤੇ ਇਹ ਪ੍ਰੋਡਕਟ ਦੂਰ ਕਰਦੇ ਨੇ ਉਹ ਬਿਮਾਰੀਆਂ? ਇਹ ਦੂਰ ਕਰਦੇ ਨੇ ਜੀ। BP ਜਿਵੇਂ ਘਟਦਾ 15 ਕੁ ਦਿਨਾਂ 'ਚ ਠੀਕ ਕਰ ਦਿੰਦਾ ਇਹ। ਜੇ ਵੱਧਦਾ ਉਹਨੂੰ ਹੌਲੀ ਹੌਲੀ ਮਤਲਬ ਡਾਕਟਰ ਦੀ ਸਲਾਹ ਨਾਲ ਟੈਸਟ ਕਰਾ ਕੇ ਉਹ ਗੋਲੀ ਵੀ ਛੁੱਟ ਜਾਂਦੀ ਆ। ਜਿਵੇਂ ਸ਼ੂਗਰ ਆ ਜੀ ਆਪਣੀ, ਸ਼ੂਗਰ ਅਤੇ ਜਿਵੇਂ ਸ਼ੂਗਰ ਨੂੰ ਬੰਦਾ ਸਿਰਕਾ ਪੀਣ ਲੱਗ ਗਿਆ, ਇਹ ਵੀ ਹੌਲੀ ਹੌਲੀ ਕਰਕੇ ਛੱਡਣੀ ਪੈਂਦੀ ਆ ਗੋਲੀ, ਟੀਕਾ ਹੀ ਬੰਦ ਹੋ ਜਾਂਦਾ, ਬਹੁਤ ਬੰਦਿਆਂ ਦਾ ਬੰਦ ਹੁੰਦਾ। ਕਿੰਨੇ ਸਮੇਂ ਬਾਅਦ ਇਹ ਪੀਣ ਤੋਂ ਬਾਅਦ ਜਿਹੜੀ ਦਵਾਈ ਹੈ ਜਿਹੜੀ ਡਾਕਟਰਾਂ ਵੱਲੋਂ ਦਿੱਤੀ ਹੁੰਦੀ ਹੈ ਉਹ ਬੰਦ ਹੋ ਜਾਂਦੀ ਹੈ? ਇਹ ਇਮਿਊਨਿਟੀ ਦੇ ਸਿਰ 'ਤੇ ਆ, ਕੋਈ 2 ਬੋਤਲਾਂ ਨਾਲ ਠੀਕ ਹੋ ਜਾਂਦਾ, ਇੱਕ ਨਾਲ ਬੰਦ ਕਰ ਦਿੰਦਾ। ਜਿਵੇਂ BP ਵੱਧਦਾ ਉਹਨੂੰ ਥੋੜ੍ਹਾ ਜਿਹਾ ਟਾਈਮ ਲੱਗਦਾ, 5-7 ਮਹੀਨੇ ਵੀ ਲੱਗ ਜਾਂਦੇ ਨੇ, ਸਾਲ ਵੀ ਲੱਗ ਜਾਂਦਾ ਬੰਦਾ ਡੇਲੀ। ਇਹਦੀ ਇੱਕ ਬੋਤਲ ਦੀ ਕੀਮਤ ਕਿੰਨੀ ਹੈ? ਇਹ ਇੱਥੋਂ ਮੈਂ ਆਪਣੇ 100 ਰੁਪਏ ਦੀ ਇੱਕ ਬੋਤਲ ਦਿੰਦਾ ਜੀ, ਚਾਹੇ ਕੋਈ ਮੇਰਾ ਡੀਲਰ ਆ, ਬਾਕੀ ਖਰਚੇ ਉਹਦੇ ਪੈਂਦੇ ਨੇ। ਅਤੇ ਮੈਂ ਚਾਹੇ ਇੱਕ ਬੋਤਲ ਲੈ ਕੇ ਜਾਊ, ਚਾਹੇ ਬੰਦਾ 500 ਬੋਤਲ ਲੈ ਕੇ ਜਾਊ, ਮੇਰਾ ਰੇਟ ਇੱਕੋ ਹੀ ਆ। ਹਾਂਜੀ। ਅਤੇ ਇਹਦੇ ਵਿੱਚ ਪਾਉਨੇ ਫਿਰ ਕੀ ਹੋ? ਇਹ ਸਿਰਕਾ ਹੀ ਇਕੱਲਾ ਵਰਤਦੇ ਹੋ ਜਾਂ ਹੋਰ ਕੋਈ ਕੈਮੀਕਲ ਵਗੈਰਾ ਵੀ ਇਹ 'ਚ ਪੈਂਦਾ ਇਹਨੂੰ ਪ੍ਰੀਜ਼ਰਵ ਕਰਨ ਵਾਸਤੇ? ਇਹ ਇਕੱਲਾ ਗੰਨੇ ਦਾ ਰਸ ਪਾਉਂਦੇ ਹਾਂ ਜੀ ਅਸੀਂ, ਜਾਂ ਜਿਵੇਂ ਜਾਮਣ ਵਾਲਾ ਜਾਮਣਾ ਪਾਉਂਦੇ ਹਾਂ ਜੀ। ਮੇਰਾ ਗੰਨੇ ਦਾ ਰਸ ਆ ਜੀ, ਅਤੇ ਪ੍ਰੀਜ਼ਰਵ ਕਰਨ ਵਾਸਤੇ ਕੋਈ ਕੈਮੀਕਲ ਨਹੀਂ। ਜਿਵੇਂ ਪੰਜਾਬ PAU ਯੂਨੀਵਰਸਿਟੀ ਉਹ ਕਹਿੰਦੇ ਨੇ ਵੀ ਈਸਟ ਪਾਓ ਸਾਤੋਂ ਲੈ ਕੇ, ਮੈਂ ਈਸਟ ਵੀ ਪਾਉਂਦਾ ਨਹੀਂ ਹੈਗਾ ਇਹਦੇ 'ਚ, ਫਰਮੈਂਟੇਸ਼ਨ ਆਹੀਂ ਕਰਾਉਣਾ। ਕਿਉਂਕਿ ਜੇ ਗੰਨੇ ਦਾ ਆਪਾਂ ਰਸ ਬੋਤਲ ਦੇ ਵਿੱਚ ਪਾ ਲੈਂਦੇ ਹਾਂ ਤਾਂ ਉਹ ਖਰਾਬ ਹੋਣ ਦੇ ਬਹੁਤ ਚਾਂਸਸ ਹੁੰਦੇ ਨੇ, ਫਿਰ ਇਹਨੂੰ ਬਚਾਉਣੇ ਕਿਵੇਂ? ਇਹੋ ਜਿਹਾ ਕੀ ਪੈਂਦਾ ਇਹਦੇ ਵਿੱਚ? ਇਹ ਬਸ ਸਿਸਟਮ ਆ, ਇਹ ਸਿਰਕਾ ਬਣਾਉਣ ਦਾ ਸਿਸਟਮ ਆ, ਉਹ ਸਿਰਕੇ ਦੇ ਹਿਸਾਬ ਨਾਲ ਹੀ ਕਰਨਾ ਪੈਂਦਾ ਇਹਨੂੰ। ਹਾਂਜੀ, ਇਹਦੀ ਫਰਮੈਂਟੇਸ਼ਨ ਕਰਾਉਣੀ ਪੈਂਦੀ ਆ। ਹਾਂ, ਫਰਮੈਂਟੇਸ਼ਨ ਜੇ ਹੋਊ ਤਾਂ ਬਣੂ, ਨਹੀਂ ਬਣਦਾ ਨਹੀਂ। ਅਤੇ ਇਹਦੇ 'ਤੇ ਲਾਗਤ ਕਿੰਨੀ ਕੁ ਆ ਜਾਂਦੀ ਹੈ? ਜਦੋਂ 1 ਸਾਲ ਦੀ ਕਿੰਨੀ ਕੁ ਲਾਗਤ ਆ ਜਾਂਦੀ ਹੈ ਅਤੇ ਬੱਚਤ ਫਿਰ ਕਿੰਨੀ ਕੁ ਨਿਕਲਦੀ ਹੈ? ਚਲੋ 20% ਆ ਜਾਂਦੀ ਹੈ ਜੀ, ਜਿਵੇਂ ਮੇਰਾ ਬੋਤਲ ਦੇ ਜੀ 20% ਬਚੀ ਜਾਂਦਾ।
ਹਾਂਜੀ ਬਾਕੀ ਸਾਲ ਸਾਲ ਬਾਅਦ ਬਣਦਾ ਜੀ, ਸਾਲ ਰੱਖਣਾ ਪੈਂਦਾ ਇਹ, ਸਾਲ ਪ੍ਰੋਸੈਸਿੰਗ ਕਰਨੀ ਪੈਂਦੀ ਹੈ ਇਹਦੀ। ਜਿਹੜੀ ਹੁਣ ਇਹਨਾਂ 'ਚ ਪ੍ਰੋਡਕਟ ਜਿਵੇਂ ਆਖਿਆ ਮੈਂ ਸ਼ੁਰੂ ਦੇ ਅੰਦਰ ਕਿ ਇਹਨਾਂ 'ਚ ਚੁਕੰਦਰ ਵੀ ਹੈਗੀ ਹੈ, ਲਸਣ ਵੀ ਹੈਗਾ ਹੈ, ਗੰਨਾ ਵੀ ਹੈਗਾ ਹੈ, ਫਿਰ ਉਹ ਆਪਣੇ ਖੇਤਾਂ ਦੇ ਵਿੱਚ ਬੀਜਦੇ ਹੋ ਜਾਂ ਜਿਹੜੀ ਕਿਸੇ ਤੋਂ ਲੈ ਕੇ ਆਉਂਦੇ ਹੋ, ਮੁੱਲ ਖਰੀਦਦੇ ਹੋ ਤੁਸੀਂ? ਨਹੀਂ ਨਹੀਂ, ਆਪਦੇ ਖੇਤਾਂ ਤੋਂ ਬੀਜਦੇ ਹਾਂ ਜੀ ਅਸੀਂ। ਬਾਕੀ ਮੈਂ ਔਰਗੈਨਿਕ ਫਾਰਮਰ ਰਜਿਸਟਰਡ ਹਾਂ ਪੰਜਾਬ ਐਗਰੋ ਤੋਂ, ਮੇਰੇ ਵਿਜ਼ਿਟ ਕਰਦੇ ਨੇ ਖੇਤ, ਅਤੇ ਉਹ ਮੈਂ ਆਪਦੇ ਹੀ ਬੀਜਦਾ ਜੀ, ਮੈਂ ਬਾਹਰੋਂ ਹੀ ਲੈਂਦਾ ਕਿਸੇ ਤੋਂ, ਕਿ ਤਾਂ ਹੀ ਔਰਗੈਨਿਕ ਆ। ਹਾਂਜੀ। ਅਤੇ ਉਹ ਸਾਨੂੰ ਹੁਣ ਇਹ ਮਾੜਾ ਜਿਹਾ ਖੇਤਾਂ ਦਾ ਸੈਰ ਕਰਾਓਗੇ ਜਿੱਥੇ ਸਾਰੀਆਂ ਫਸਲਾਂ ਬੀਜੀਆਂ ਹੋਈਆਂ ਨੇ? ਕਰਾ ਦਿੰਦੇ ਜੀ। ਇੱਕ ਮਹਿੰਦਰ ਸਿੰਘ ਜੀ, ਅਸਲ ਗੱਲ ਇਹ ਕਰੀ ਜਾਂਦੀ ਹੁੰਦੀ ਹੈ, ਜਿਵੇਂ ਹੁਣ ਆਪਾਂ ਖੇਤਾਂ ਦੇ ਵਿੱਚ ਖੜ੍ਹੇ ਹਾਂ, ਕਿ ਖੇਤੀ ਲਾਹੇ ਦਾ ਧੰਦਾ ਨਹੀਂ ਹੈਗਾ, ਅਤੇ ਕਈ ਲੋਕ ਇਹ ਵੀ ਕਹਿੰਦੇ ਆ ਕਿ ਖੇਤੀ ਛੱਡ ਕੇ ਕੋਈ ਹੋਰ ਬਿਜ਼ਨਸ ਕਰ ਲੈਣਾ ਚਾਹੀਦਾ। ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਜਿਵੇਂ ਅਸੀਂ ਇੱਥੇ ਦੇਖ ਸਕਦੇ ਹਾਂ, ਤੁਸੀਂ ਗੰਨੇ ਦੀ ਫਸਲ ਵੀ ਆਪ ਉਗਾਉਂਦੇ ਹੋ, ਅਤੇ ਮਤਲਬ ਝੋਨੇ ਅਤੇ ਜੀਰੀ ਵਾਲਾ ਜਾਂ ਅਸੀਂ ਕਹਿ ਲਈਏ ਕਣਕ ਵਾਲੇ ਗੇੜ 'ਚੋਂ ਤੁਸੀਂ ਨਿਕਲੇ ਹੋਏ ਹੋ, ਅਤੇ ਫਿਰ ਇਹ ਲਾਹੇਵੰਦ ਹੁੰਦਾ? ਇਹ ਲਾਹੇਵੰਦ ਹੁੰਦਾ ਜੇ ਹੁਣ ਆਪਾਂ ਆਪਣਾ ਪ੍ਰੋਡਕਟ ਜੀ ਪੈਕਿੰਗ ਕਰਕੇ ਵੇਚਾਂਗੇ, ਫਿਰ ਲਾਹਾ ਮਿਲੂਗਾ। ਜੇ ਆਪਾਂ ਮੰਡੀ ਸਿੱਟ ਕੇ ਆਉਣੀ ਆ ਜੀਰੀ ਟਰਾਲੀ ਕਣਕ ਦੀ ਜਾਂ ਮਿੱਲ 'ਚ ਵੇਚਣਾ, ਫਿਰ ਪੇਮੈਂਟ ਨਹੀਂ ਮਿਲਦੀ, ਉਹ ਖੱਜਲ ਖੁਆਰੀ ਹੈ ਜੀ। ਮਤਲਬ ਆਪਦੀ ਫਸਲ ਸਿੱਟੋ ਨਾ, ਆਪਦੀ ਫਸਲ ਦਾ ਮੁੱਲ ਪਾਓ। ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰ ਲਓ, ਅੱਛਾ, ਫਿਰ ਹੌਲੀ ਹੌਲੀ ਵੱਧ ਜੂਗਾ ਜੀ ਜਦੋਂ ਮਿਹਨਤ ਕਰੂ ਬੰਦਾ। ਅਤੇ ਜੇ ਮੈਂ ਇੱਕ ਗੱਲ ਹੋਰ ਕਰਾਂ ਕਿ ਇੱਥੇ ਵੱਖ ਵੱਖ ਤਰ੍ਹਾਂ ਦੀਆਂ ਫਸਲਾਂ ਨੇ, ਇਹ ਕਿਹੜਾ ਬੂਟਾ ਜੀ? ਇਹ ਚੀਕੂ ਦਾ ਜੀ ਬੂਟਾ। ਅੱਛਾ, ਇਹ ਚੀਕੂ ਦਾ। ਅਤੇ ਆਹ ਖੇਤ ਹੈ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ, ਜਿੱਥੋਂ ਸਾਰੀ ਔਰਗੈਨਿਕ ਖੇਤੀ ਕਰਦੇ ਹੈ ਅਤੇ ਜਿਹਦਾ ਸਿਰਕਾ ਬਣਾਇਆ ਜਾਂਦਾ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਇਹ ਖੇਤ 'ਤੇ ਜ਼ਰੂਰ ਕੈਮਰਾ ਮਾਰ ਕੇ ਦਿਖਾਇਆ ਜਾਵੇ ਕਿ ਕਿਹੜੀਆਂ ਕਿਹੜੀਆਂ ਫਸਲਾਂ ਲੱਗੀਆਂ ਹੋਈਆਂ ਅਤੇ ਕਿਵੇਂ ਇਹ ਫਸਲ ਲਗਾਉਂਦੇ ਹੈ। ਜੇ ਆਪਾਂ ਗੱਲ ਕਰੀਏ ਤਾਂ ਇਹਨਾਂ 'ਤੇ ਜਿਵੇਂ ਗੰਨਾ ਹੈ, ਗੰਨੇ 'ਤੇ ਤਾਂ ਕੀੜੇ ਬਹੁਤ ਲੱਗਦੇ ਹੈ, ਜਾਂ ਇਹ 'ਤੇ ਰੇਹ ਸਪਰੇਆਂ ਦੀ ਬਹੁਤ ਲੋੜ ਪੈਂਦੀ ਹੈ, ਅਤੇ ਫਿਰ ਇਹਨੂੰ ਬਚਾਉਣੇ ਕਿਵੇਂ ਹੋ ਤੁਸੀਂ? ਇਹ ਜੀਵ ਅੰਮ੍ਰਿਤ ਪਾਉਣਾ ਪੈਂਦਾ ਜੀ ਇਹਦੇ 'ਚ, ਲੱਸੀ ਦੀ ਸਪਰੇਅ, ਲਸਣ ਲੂਸਣ ਕੁੱਟ ਕੇ ਇਹਦਾ ਬਣਾਉਣਾ ਪੈਂਦਾ ਜੀ, ਦੇਸੀ ਜੁਗਾੜ। ਨਿੰਮ ਨੂੰ ਕੁੱਟ ਕੇ ਹੀ ਬਣਾਉਂਦੇ ਆ ਜੀ। ਅੱਛਾ, ਹਾਂਜੀ। ਅਤੇ ਮਤਲਬ ਰੇਹ ਸਪਰੇਅ ਵੀ ਤੁਸੀਂ ਵਰਤਦੇ ਨਹੀਂ, ਲੱਸੀ ਦਾ ਪ੍ਰਯੋਗ ਕਰਦੇ ਹੋ? ਇਹ ਸਪਰੇਅ ਨਹੀਂ ਜੀ, ਇਹ ਗਰੋਥ ਪ੍ਰਮੋਟਰ ਵੀ ਆ ਲੱਸੀ, ਅਤੇ ਐਂਟੀ ਫੰਗਸ ਵੀ ਆ। ਅਤੇ ਕੋਈ ਐਸੇ ਦਰੱਖਤ ਜਿਹੜੇ ਪੰਜਾਬ ਦੀ ਮਿੱਟੀ 'ਤੇ ਨਾ ਹੁੰਦੇ ਹੋਣ, ਕੋਈ ਐਸੇ ਦਰੱਖਤ ਹੋਣ ਆਪਣੇ ਕੋਲ? ਆਪਣੇ ਕੋਲ ਕਰਾਉਂਦਾ ਜੀ। ਅੱਛਾ, ਅਤੇ ਆਜੋ ਫਿਰ ਉਹ ਸਾਨੂੰ ਦਿਖਾ ਦਿਓ ਇੱਕ ਵਾਰ। ਕੜੀ ਪੱਤਾ ਵੀ ਲਾਇਆ ਹੋਇਆ ਜੀ। ਕਿਹੜਾ ਜੀ? ਕੜੀ ਪੱਤਾ ਉਹ ਸਾਹਮਣੇ। ਅੱਛਾ, ਉਹ ਸਾਹਮਣੇ ਕੜੀ ਪੱਤਾ, ਇਹ ਆ ਗਈ ਹਲਦੀ, ਹੈ ਨਾ ਜੀ? ਆ ਗਈ ਜੀ। ਅਤੇ ਇਹ ਸਾਰੇ ਪ੍ਰੋਡਕਟ ਤੁਸੀਂ ਵਰਤਦੇ ਹੋ, ਜਿਹੜੇ ਆਪਣੇ ਪ੍ਰੋਡਕਟ ਬਣਾ ਕੇ ਸਿਰਕਾ ਬਣਾ ਕੇ ਵੇਚਦੇ ਹੋ? ਹਾਂਜੀ। ਅਤੇ ਮੈਂ ਦਰਸ਼ਕਾਂ ਨੂੰ ਦਿਖਾਉਣਾ ਚਾਹੂੰਗਾ, ਇਹ ਕੜੀ ਪੱਤਾ ਲਾਇਆ ਹੋਇਆ, ਜਿਹੜਾ ਕਿ ਇਹ ਆਪਣੇ ਪ੍ਰੋਡਕਟ ਦੇ ਵਿੱਚ ਵਰਤਦੇ ਆ, ਇੱਥੇ ਇਹ ਖੇਤੀ ਕਰਦੇ ਆ, ਇੱਥੇ ਹੀ ਉਗਾਉਂਦੇ ਆ, ਅਤੇ ਫਿਰ ਇਹਦਾ ਸਿਰਕਾ ਬਣਾ ਕੇ ਉਹ ਵੇਚਦੇ ਆ। ਅਤੇ ਇੱਥੇ ਬਹੁਤ ਤਰ੍ਹਾਂ ਤਰ੍ਹਾਂ ਦੇ ਦਰੱਖਤ ਨੇ, ਜਿਹੜੇ ਦਰੱਖਤ ਤੁਸੀਂ ਦੇਖੇ ਨਹੀਂ ਹੋਣੇ ਪੰਜਾਬ ਦੀ ਧਰਤੀ ਦੇ ਉੱਪਰ, ਉਹ ਦਰੱਖਤ ਵੀ ਇਹਨਾਂ ਨੇ ਲਾਏ ਹੋਏ ਆ, ਜਿਨ੍ਹਾਂ ਦਾ ਇਹ ਪ੍ਰੋਡਕਟ ਬਣਾਉਂਦੇ ਆ। ਅਤੇ ਹੁਣ ਤੁਹਾਨੂੰ ਕੜਾਉਂਦਾ ਦਿਖਾਵਾਂਗੇ। ਅਤੇ ਆਹ ਕਿਹੜਾ ਦਰੱਖਤ ਹੈ ਜੀ? ਇਹ ਤੁਲਸੀ ਹੈ ਜੀ, ਇਹਦਾ ਪੇੜ ਵੱਡਾ ਬਣ ਜਾਂਦਾ। ਅੱਛਾ, ਤੁਲਸੀ ਦਾ ਬੂਟਾ ਹੈ। ਤੁਲਸੀ ਤਾਂ ਬਿਲਕੁਲ ਛੋਟੀ ਜੀ ਹੁੰਦੀ ਹੈ। ਇਹ ਵੱਡਾ ਬਣਦਾ ਜੀ ਇਹਦਾ ਪੇੜ। ਅੱਛਾ, ਇਹ ਪਟਿਆਲੇ ਤੋਂ ਲੈ ਕੇ ਆਇਆ ਮੈਂ, ਨੈਚੁਰਲਪੈਥੀ ਵਾਲੇ ਡਾਕਟਰ ਤੋਂ। ਅੱਛਾ, ਹਾਂਜੀ। ਅਤੇ ਫਿਰ ਇਹਦਾ ਵੀ ਕਿਤੇ ਇਸਤੇਮਾਲ ਕਰੋਗੇ? ਇਹਦਾ ਸਿਰਕਾ ਬਣਾਵਾਂਗੇ ਜੀ, ਤੁਲਸੀ ਦਾ ਐਤਕੀ ਬਣਾ ਰਿਹਾ ਮੈਂ, ਉੱਧਰ ਕੁਛ ਦੂਜੇ ਬੂਟੇ ਲਾਏ ਨੇ ਜੀ। ਅੱਛਾ, ਹਾਂਜੀ। ਅਤੇ ਅੱਗੇ ਇੱਕ ਹੋਰ ਆਹ ਨਵੀਂ ਜੀ ਕਿਸਮ ਦਾ ਦਰੱਖਤ ਦਿਖ ਰਿਹਾ ਮੈਨੂੰ, ਅਤੇ ਇਹ ਨਵੀਂ ਜੀ ਕਿਸਮ ਦਾ ਦਰੱਖਤ ਦੱਸੋ ਸਾਨੂੰ, ਇਹ ਦਰੱਖਤ ਕਿਹੜਾ? ਇਹ ਕਰਾਉਂਦਾ ਜੀ। ਅੱਛਾ, ਜਿਹੜਾ ਚੈਰੀ ਵਾਂਗੂ ਹੁੰਦਾ ਉਹੀ ਇਹ? ਅਤੇ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦਿੱਤੀਆਂ ਜਾਣ। ਅਤੇ ਉੱਧਰਲੇ ਦਰੱਖਤ 'ਤੇ ਮੈਂ ਦੇਖ ਰਿਹਾ ਸੀ, ਉੱਧਰ ਇਹ ਪੱਕਿਆ ਵੀ ਹੋਇਆ? ਹਾਂਜੀ, ਪੱਕਿਆ ਵੀ ਹੋਇਆ ਜੀ। ਅੱਛਾ, ਅਤੇ ਇਹ ਪੱਕਣ ਦਾ ਕਿੰਨਾ ਕੁ ਸਮਾਂ ਲੈ ਲੈਂਦਾ? ਇਹ ਲੈਂਦਾ ਜੀ 3-4 ਮਹੀਨੇ। 3-4 ਮਹੀਨੇ। ਅਤੇ ਇਹ ਦਰੱਖਤ ਤਾਂ ਬਿਲਕੁਲ ਨਵਾਂ, ਅਸੀਂ ਪੰਜਾਬ ਦੀ ਕਦੇ ਧਰਤੀ 'ਤੇ ਦੇਖੀ ਨਹੀਂ। ਇਹ ਫਿਰ ਦਰੱਖਤ ਕਿੱਥੋਂ ਲੈ ਕੇ ਆਏ? ਨਹੀਂ, ਇਹ ਯੂਨੀਵਰਸਿਟੀ ਤੋਂ ਮਿਲਿਆ ਜੀ, PAU ਤੋਂ। ਇਸ ਲਈ ਕੋਈ ਖਾਸ ਰੇਹਾਂ ਸਪਰੇਹਾਂ ਵੀ ਵਰਤੀਆਂ ਜਾਂ? ਔਰਗੈਨਿਕ ਹੀ ਨੇ ਜੀ ਮੇਰੇ ਇਹ ਸਾਰੇ ਬੂਟੇ, ਆਰਗੈਨਿਕ। ਚਾਹੇ ਹੌਲੀ ਹੋ ਜਾਣ ਜੀ, ਮੈਨੂੰ ਕੋਈ ਪਰਵਾਹ ਨਹੀਂ। ਅੱਛਾ, ਅਤੇ ਇਹਦੇ 'ਚ ਖਾਦ ਕਿਹੜੀ ਪਾਉਂਦੇ ਹੋ? ਖਾਦ ਦੇਸੀ ਹੈ ਬਸ ਜੀ। ਅੱਛਾ, ਹਾਂਜੀ। ਖਾਦ। ਅਤੇ ਜੇ ਮੈਂ ਉਹ ਗੱਲ ਕਰਾਂ ਕਿ ਹਲਦੀ ਹੈ, ਇੱਥੇ ਹਲਦੀ ਨੂੰ ਫਿਰ ਕਿੰਨੇ ਕੁ ਸਮੇਂ ਬਾਅਦ ਪੱਟ ਲੈਂਦੇ ਹੋ ਤੁਸੀਂ? ਇਹ 1 ਸਾਲ ਦੀ ਫਸਲ ਹੈ ਜੀ, 10 ਮਹੀਨਿਆਂ ਦੀ। 1 ਸਾਲ ਦੀ। ਹਾਂਜੀ। ਇੱਥੇ ਕੋਈ ਬੰਦਾ ਰੱਖਿਆ ਵੀ ਹੋਇਆ ਜਾਂ ਖੁਦ ਹੀ ਖੇਤੀ ਕਰਦੇ? ਬੰਦੇ 2 ਰੱਖੇ ਹੋਏ ਨੇ ਜੀ ਮੇਰੇ। ਅੱਛਾ। ਹਾਂਜੀ, ਪੱਕੇ ਹੀ ਨੇ। ਅੱਛਾ, ਅਤੇ ਮੈਂ ਇੱਕ ਦਰਸ਼ਕਾਂ ਨੂੰ ਹੁਣ ਕੜਾਉਂਦਾ ਦਿਖਾਉਣਾ ਚਾਹੂੰਗਾ ਕਿ ਬਿਲਕੁਲ ਚੈਰੀ ਵਾਂਗੂ ਹੁੰਦਾ ਹੈ। ਅਸੀਂ ਪੰਜਾਬ 'ਚ ਦੇਖਿਆ ਨਹੀਂ ਉਹ ਫਲ, ਪਰ ਇੱਥੇ ਉਹ ਫਲ ਲੱਗੇ ਹੋਏ ਆ, ਬਿਲਕੁਲ ਇੱਥੇ ਲਾਲ ਸੂਹੇ ਉਹ ਜਿਹੜੇ ਫਲ ਨੇ ਲੱਗੇ ਹੋਏ ਆ, ਇੱਕ ਵਾਰ ਜ਼ਰੂਰ ਦਿਖਾ ਦਿੱਤੇ ਜਾਣ। ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਇਹ ਫਲ ਲੱਗੇ ਹੋਏ ਹੈ, ਅਤੇ ਇਹ ਇਹਨਾਂ ਦੀ ਮਿਹਨਤ ਸਦਕਾ ਹੈ ਜਿਹੜੀ ਔਰਗੈਨਿਕ ਖੇਤੀ ਕਰਦੇ ਹੈ। ਅਤੇ ਆਹ ਹੁਣ ਇੱਥੇ ਨਵਾਂ ਫਲ ਲੱਗਿਆ ਹੋਇਆ, ਫਿਰ ਇਹਨੂੰ ਵੀ ਕਿਸੇ ਪ੍ਰੋਡਕਟ ਦੇ ਵਿੱਚ ਵਰਤੋਂਗੇ? ਹਾਂਜੀ, ਇਹਦਾ ਸਿਰਕਾ ਬਣਾਵਾਂਗੇ, ਅਚਾਰ ਵੀ ਬਣਦਾ ਇਹਦਾ। ਅਤੇ ਫਿਰ ਇਹ ਲਾਹੇਵੰਦ ਕਿਹੜੀਆਂ ਬਿਮਾਰੀਆਂ 'ਚ ਹੁੰਦਾ? ਇਹ ਬਹੁਤ ਜ਼ਿਆਦਾ ਬਿਮਾਰੀਆਂ ਨੇ ਜਿਹਦੇ ਹੈਲਥ ਬੈਨੀਫਿਟ ਕੱਢਾਂਗੇ, ਫਿਰ ਆਪਾਂ ਤਜਰਬਾ ਕਰਾਂਗੇ। ਅੱਛਾ, ਹਾਂਜੀ। ਮਤਲਬ ਨਵੇਂ ਪ੍ਰੋਡਕਟ ਹਾਲੇ ਆਉਣੇ ਆ? ਆਉਣੇ ਆ ਜੀ, ਹਜੇ ਆਉਣੇ ਆ ਜੀ। ਅਤੇ ਇੱਕ ਗੱਲ ਕਹੀ ਜਾਂਦੀ ਹੁੰਦੀ ਹੈ ਕਿ
ਜਦੋਂ ਖੇਤੀ ਦੀ ਲਈ ਜਿਹੜੀ ਅਸੀਂ ਹੁਣ ਜਿਵੇਂ ਇਹ ਦਰਖਤ ਲਗਾਇਆ ਹੋਇਆ, ਆਖਿਆ ਜਾਂਦਾ ਕਿ ਪੰਜਾਬ ਦੀ ਜ਼ਮੀਨ ਉਪਜਾਊ ਨਹੀਂ ਹੈਗੀ, ਕਈ ਦਰਖਤ ਐਸੇ ਹੁੰਦੇ ਜਿਹੜੇ ਪੰਜਾਬ ਦੀ ਮਿੱਟੀ 'ਚ ਲੱਗਦੇ ਨਹੀਂ, ਐਸੀ ਗੱਲ ਹੁੰਦੀ ਹੈ ਕੋਈ? ਨਹੀਂ, ਇਹ ਤਾਂ ਜੀ ਸੋਨਾ ਉਗਦੀ ਹੈ ਜੀ, ਇਹ ਤਾਂ ਮਿੱਟੀ ਆਪਣੀ ਵਧੀਆ, ਮਾੜੀ ਨਹੀਂ ਹੈ ਹੋਰ ਸਟੇਟਾਂ ਨਾਲੋਂ। ਅੱਛਾ। ਹਾਂਜੀ। ਤੇ ਇਹ ਦਰਖਤ ਕਿੱਥੇ ਪਾਇਆ ਜਾਂਦਾ ਹੈ? ਮੈਂ ਤਾਂ ਪੰਜਾਬ 'ਚ ਪਹਿਲੀ ਵਾਰ ਦੇਖਿਆ ਇਹ ਹੋਵੇ। ਤਾਂ ਮੈਂ ਪੀਏਯੂ ਤੋਂ ਮੈਨੂੰ ਮਿਲਿਆ ਜੀ ਇਹ। ਨਹੀਂ, ਇਹ ਖਾਸ ਉਪਜਾਊ ਮਿੱਟੀ ਹੁੰਦਾ ਨਾ, ਕਿ ਜਿਵੇਂ ਸੇਬ ਹੈ ਜਿਹੜਾ ਕਸ਼ਮੀਰ 'ਚ ਉੱਗਦਾ ਹੈ, ਤੇ ਇਹ ਇਹ ਤਾਂ ਉਗਦਾ ਜੀ ਆਪਣੇ ਉਰੇ ਯੂਨੀਵਰਸਿਟੀ 'ਚ ਹੈਗੇ ਇਹ। ਅੱਛਾ। ਹਾਂਜੀ। ਤੇ ਫਿਰ ਇਹਦਾ ਅਸੀਂ ਮੁਰੱਬਾ ਵੀ ਦੇਖਿਆ ਹੈ ਨਾ, ਕਾਫੀ ਚੈਰੀ ਵਾਂਗੂ ਹੁੰਦਾ ਹੈ, ਉਹੀ ਹੈ? ਉਹੀ ਹੈ ਜੀ। ਅੱਛਾ। ਹਾਂਜੀ। ਤੇ ਇਹ ਬਿਲਕੁਲ ਚੈਰੀ ਵਾਂਗੂ ਹੁੰਦਾ, ਲਾਲ, ਤੇ ਇਹ ਖੂਨ ਵਧਾਉਣ ਦੇ ਵਿੱਚ ਵੀ ਕੰਮ ਆਉਂਦਾ ਹੈ ਨਾ ਮੇਰੇ ਖਿਆਲ ਨਾਲ? ਹਾਂਜੀ, ਆਉਂਦਾ ਜੀ, ਖੂਨ ਵਧਾਉਣ 'ਚ ਕੰਮ ਆਉਂਦਾ। ਇਹ ਜਿਹੜਾ ਬੂਟਾ ਹੈ, ਇਹ ਬੂਟਾ ਕਾਹਦਾ ਲਾਇਆ ਹੋਇਆ ਜੀ ਆਪਾਂ? ਬਦਾਮ ਦਾ ਜੀ ਬੂਟਾ ਇਹ, ਬਦਾਮ ਦਾ ਬੂਟਾ ਇਹ। ਇਹ ਬਦਾਮ ਦਾ ਬੂਟਾ, ਇਹ ਕਿੱਥੋਂ ਲੈ ਕੇ ਆਂਦਾ ਫਿਰ? ਇਹ ਸੰਗਰੂਰ ਤੋਂ ਹੀ ਲਿਆਂਦਾ ਸੀ ਨਰਸਰੀ 'ਚੋਂ। ਅੱਛਾ, ਇਹ ਆਪਣੇ ਚੱਲ ਪੈਂਦਾ, ਹੋ ਜਾਂਦਾ ਬਦਾਮ? ਚੱਲ ਪਾਉਂਦਾ ਜੀ, ਕਹਿੰਦੇ ਚੱਲ ਪਾਉਂਦਾ ਜੀ, ਚਲਾ ਰਹੇ ਹਾਂ, ਬਾਕੀ ਦੇਖੋ। ਅੱਛਾ। ਹਾਂਜੀ। ਤੇ ਜਦੋਂ ਮਤਲਬ ਬਦਾਮ ਹੁਣ ਪੰਜਾਬ ਦੀ ਧਰਤੀ ਤੇ ਵੀ ਹੋਇਆ ਕਰਨਗੇ, ਇਹ ਗੁਰਮੀਤ ਸਿੰਘ ਜੀ ਨੇ ਇੱਕ ਮਿਸਾਲ ਪੈਦਾ ਕੀਤੀ ਹੋਈ ਹੈ, ਜਿਹੜੇ ਦਰਖਤ ਕਿਤੇ ਨਹੀਂ ਲੱਗਦੇ ਜਾਂ ਜਿਹੜੇ ਫਲ ਕਿਤੇ ਨਹੀਂ ਹੁੰਦੇ, ਉਹ ਪੰਜਾਬ ਦੀ ਧਰਤੀ ਤੇ ਇਹ ਉਗਾ ਰਹੇ ਹੈ ਤੇ ਉਗਾਉਣ ਦੀ ਕੋਸ਼ਿਸ਼ ਕਰਦੇ ਆ, ਬਿਲਕੁਲ ਆਰਗੈਨਿਕ ਤਰੀਕੇ ਨਾਲ, ਜੈਵਿਕ ਖੇਤੀ ਕਰਦੇ ਆ। ਜਿਹੜੇ ਲੋਕ ਫਸਲਾਂ ਦੇ ਗੇੜ 'ਚ ਫਸੇ ਹੋਏ ਆ, ਕਦੇ ਝੋਨਾ ਲਾ ਲਿਆ, ਕਦੇ ਕਣਕ ਲਾ ਲਈ, ਕਦੇ ਨਰਮਾ ਲਾ ਰਿਹਾ, ਜਿਹੜੇ ਫਸਲਾਂ ਦੇ ਗੇੜ 'ਚ ਫਸੇ ਹੋਏ ਆ, ਉਹ ਕਿਸਾਨਾਂ ਨੂੰ ਨਿਕਲਣ ਦੀ ਲੋੜ ਹੈ, ਤਾਂ ਅਸੀਂ ਜਿਹੜੀ ਖੇਤੀ ਹੈ ਉਹ ਲਾਹੇਵੰਦ ਧੰਦਾ ਬਣਾ ਸਕਦੇ ਹਾਂ। ਕੀ ਕਹਿਣਾ ਚਾਹੋਗੇ ਕਿ ਜਿਹੜੇ ਸਹਾਇਕ ਧੰਦੇ ਨੇ ਉਹ ਅਪਣਾ ਲੈਣੇ ਚਾਹੀਦੇ ਖੇਤੀ ਦੇ ਨਾਲ? ਅਪਣਾ ਲੈਣੇ ਚਾਹੀਦੇ ਆ ਜੀ, ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰ ਲਓ, ਜਿਹੜਾ ਵੀ ਕਰਨਾ ਚੁਣਨਾ ਬੰਦੇ ਨੇ। ਆਪਣਾ ਪ੍ਰੋਸੈਸਿੰਗ ਕਰਕੇ, ਆਪਦਾ ਪੈਕਿੰਗ ਕਰਕੇ ਵੇਚੋ ਜੀ ਪ੍ਰੋਡਕਟ ਨੂੰ। ਮਤਲਬ ਕਿਸੇ ਕੋਲੇ ਜਾਣ ਦੀ ਲੋੜ ਨਹੀਂ, ਆਪਦਾ ਪ੍ਰੋਡਕਟ ਖੁਦ ਵੇਚੋ, ਤਿਆਰ ਕਰ। ਵੇਚੋ। ਤੇ ਇਹ ਮਿਸਾਲ ਤੁਸੀਂ ਪੈਦਾ ਕੀਤੀ ਹੈ ਕਿ ਉਹ ਲਾਹੇਵੰਦ ਤੁਹਾਨੂੰ ਧੰਦਾ ਸਾਬਿਤ ਵੀ ਹੋਇਆ ਹੈ। ਤਾਂ ਇੱਕ ਗੱਲ ਗੁਰਮੀਤ ਜੀ, ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਇਹ ਕਹਿੰਦੇ ਆ ਕਿ ਖੇਤੀ ਲਾਹੇਵੰਦ ਧੰਦਾ ਨਹੀਂ, ਬਹੁਤ ਨੁਕਸਾਨ ਹੈ, ਅਸੀਂ ਖੇਤੀ ਧੰਦਾ ਛੱਡਣਾ ਚਾਹੁੰਦੇ ਹਾਂ? ਇਹ ਮਿਹਨਤ ਕਰਨੀ ਪੈਂਦੀ ਹੈ ਜੀ, ਫਿਰ ਪਹਿਲਾਂ ਤਾਂ ਨਵੇਂ ਕੰਮ 'ਚ ਨੁਕਸਾਨ ਹੋਣਗੇ, ਮਿਹਨਤ ਕਰਨੀ ਪੈਂਦੀ ਹੈ ਬੰਦੇ ਨੂੰ। ਕਿੰਨਾ ਕੁ ਨੁਕਸਾਨ ਹੋਇਆ ਹੁਣ ਤੱਕ ਜਾਂ ਸ਼ੁਰੂ ਦੇ ਵਿੱਚ ਹੋਇਆ? ਪਹਿਲਾਂ ਸ਼ੁਰੂ 'ਚ ਹੁੰਦਾ ਜੀ। ਹਾਂਜੀ। ਸੋ ਦਰਸ਼ਕੋ, ਜਿਵੇਂ ਗੁਰਮੀਤ ਜੀ ਨੇ ਦੱਸਿਆ ਕਿ ਕੋਈ ਵੀ ਧੰਦਾ ਹੈ ਉਹਦੇ 'ਚ ਮਿਹਨਤ ਤਾਂ ਹੁੰਦੀ ਹੈ, ਖੇਤੀ ਹੈ, ਖੇਤੀ ਦੇ ਨਾਲ ਕੋਈ ਸਹਾਇਕ ਧੰਦਾ ਕਰੋਗੇ, ਖੇਤਾਂ ਦੇ ਵਿੱਚ ਕੋਈ ਨਵੀਂ ਫਸਲ ਲਗਾਓਗੇ, ਰਿਸਕ ਤਾਂ ਹੁੰਦਾ ਹੈ, ਪਰ ਜਦੋਂ ਉਹ ਤੁਹਾਡੀ ਜਿਹੜੀ ਤੁਸੀਂ ਅਪਣਾਇਆ ਹੁੰਦਾ ਧੰਦਾ, ਉਹ ਤੁਹਾਡੇ ਲਈ ਲਾਹੇਵੰਦ ਥੋੜ੍ਹੇ ਟਾਈਮ ਬਾਅਦ ਸਾਬਿਤ ਜ਼ਰੂਰ ਹੁੰਦਾ। ਜਿਵੇਂ ਕਿ ਇਹ ਇੱਕ ਮਿਸਾਲ ਨੇ, ਇਹਨਾਂ ਨੇ ਇੱਕ ਆਪਣਾ ਪ੍ਰੋਡਕਟ ਸਿਰਕਾ ਤਿਆਰ ਕੀਤਾ ਹੈ, ਜਿਹੜਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਕਦਾ ਹੈ। ਇਹ ਸਾਲ ਦੀ ਇਹਨਾਂ ਦੀ ਆਮਦਨ 18 ਤੋਂ 20 ਲੱਖ ਦੀ, ਉਹ ਕਿੱਲਿਆਂ ਦੇ ਵਿੱਚ ਦੀ ਹੈ, ਉਹ ਆਮਦਨ 2 ਕਿੱਲਿਆਂ ਦੇ ਵਿੱਚੋਂ ਹੋ ਜਾਂਦੀ ਹੈ ਤੁਹਾਨੂੰ? 2 ਕਿੱਲਿਆਂ 'ਚੋਂ ਜੀ। ਹਾਂਜੀ। ਉਹ 2 ਕਿੱਲਿਆਂ ਦੇ ਵਿੱਚੋਂ ਇਹਨਾਂ ਨੂੰ ਆਮਦਨ ਹੋ ਜਾਂਦੀ ਹੈ 18 ਤੋਂ 20 ਲੱਖ ਦੀ। ਅਸੀਂ ਸੋਚਿਆ ਵੀ ਨਹੀਂ ਹੋਣਾ। ਲੋੜ ਹੈ ਕਿ ਅਸੀਂ ਖੇਤੀ ਦੇ ਨਾਲ ਸਹਾਇਕ ਧੰਦੇ ਅਪਣਾਈਏ ਤੇ ਜਿਹੜੀ ਕਿਸਾਨੀ ਹੈ, ਜਿਹੜੀ ਖੇਤੀ ਹੈ, ਉਹਨੂੰ ਇੱਕ ਲਾਹੇਵੰਦ ਧੰਦਾ ਅਪਣਾਈਏ। ਫਿਰ ਸਾਨੂੰ ਸਰਕਾਰਾਂ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪੈਣੀ ਜੇ ਅਸੀਂ ਸਹਾਇਕ ਧੰਦੇ ਅਪਣਾ ਲੈਂਦੇ ਹਾਂ। ਤੇ ਇੱਕ ਜੇ ਮੈਂ ਗੱਲ ਕਰਾਂ, ਉੱਥੇ ਸਾਂਝਣਾ ਵੀ ਲਾਇਆ ਹੋਇਆ, ਸਾਂਝਣੇ ਦੇ ਵੀ ਫਾਇਦੇ ਨੇ? ਇਹਦੇ 300 ਬਿਮਾਰੀ ਨੂੰ ਠੀਕ ਕਰਦਾ ਜੀ, ਇਹ ਕਹਿੰਦੇ। ਅੱਛਾ ਗੁਰਮੀਤ ਜੀ, ਪਿੱਛੇ ਆ ਗੰਨੇ ਦਾ ਖੇਤ ਲਾਇਆ ਹੋਇਆ, ਕਿੰਨੇ ਕਿੱਲਿਆਂ 'ਚ ਲਾਇਆ ਹੋਇਆ ਗੰਨਾ ਆਪਾਂ? ਇਹ 2 ਏਕੜ ਆ ਜੀ। 2 ਏਕੜ 'ਚ। ਤੇ ਫਿਰ ਸਾਰੀ ਫਸਲ ਇਹ ਕਦੋਂ ਤੱਕ ਪੱਕ ਜਾਂਦੀ ਹੈ? ਇਹ 1 ਸਾਲ 'ਚ ਪੱਕਦੀ ਹੈ ਜੀ। ਤੇ ਫਿਰ ਜਿਹੜਾ ਇਹਦਾ ਅਰਕ ਨਿਕਲਦਾ ਉਹ ਕਿੰਨੇ ਟਾਈਮ ਬਾਅਦ ਕੱਢਦੇ ਹੋ? ਇਹ ਬਾਅਦ ਜਦੋਂ ਪੱਕ ਗਈ ਫਿਰ ਕੱਢਦੇ ਆ ਜੀ। ਕਿਹੜਾ ਮਹੀਨਾ ਹੁੰਦਾ ਉਹ? ਉਹ ਫਰਵਰੀ ਮਾਰਚ। ਫਰਵਰੀ ਮਾਰਚ ਜਾਣੀ ਇਹਦਾ ਅਰਕ ਨਿਕਲਦਾ 1 ਸਾਲ ਦੀ ਖੇਤੀ ਤੋਂ ਬਾਅਦ, 1 ਸਾਲ ਦੀ ਮਿਹਨਤ ਤੋਂ ਬਾਅਦ, ਹੈ ਨਾ? ਹਾਂਜੀ ਹਾਂਜੀ। ਤੇ ਉੱਥੇ ਆਪਣੇ ਇੱਕ ਢੋਲ ਪਏ ਆ, ਉਹ ਢੋਲ ਜ਼ਰੂਰ ਦਿਖਾਓ ਸਾਨੂੰ। ਆ ਜਾਓ ਜੀ। ਗੁਰਮੀਤ ਜੀ, ਆ ਢੋਲ ਪਏ ਆ, ਇਹ ਢੋਲ ਦੇ ਵਿੱਚ ਕੀ ਹੈ? ਇਹ ਜੀਵ ਅੰਮ੍ਰਿਤ ਬਣਾਉਂਦੇ ਆ ਜੀ। ਇਹ ਜੀਵ ਅੰਮ੍ਰਿਤ ਕਿਹੜੇ ਕੰਮ ਆਉਂਦਾ ਇਹ? ਇਹ ਪਾਣੀ 'ਚ ਵੀ ਪਾਉਂਦੇ ਆ, ਫਸਲ 'ਚ, ਖੇਤ 'ਚ, ਮਾਈਕਰੋ ਆਰਗੇਨਿਜ਼ਮ ਨੇ ਇਹਦੇ 'ਚ, ਅੱਛਾ। ਜੀਵਾਣੂ ਜਿਹੜੇ ਹੁੰਦੇ ਨੇ, ਇਹ ਤੋਂ ਫਿਰ ਗੰਡੂਏ ਪੈਦਾ ਹੁੰਦੇ ਨੇ। ਅੱਛਾ। ਹਾਂਜੀ। ਇੱਕ ਮਤਲਬ ਇਹ ਫਸਲ ਦੀ ਜਿਹੜੀ ਜ਼ਮੀਨ ਦੀ ਹੈ ਉਹ ਉਪਜਾਊ ਸ਼ਕਤੀ ਵਧਾਉਂਦਾ ਹੈ ਨਾ, ਤੇ ਇੱਕ ਰੇ ਸਪਰੇਅ ਦਾ ਵੀ ਕੰਮ ਕਰਦਾ। ਸਪਰੇਅ ਵੀ ਕਰਦੇ ਆ ਇਹਦੀ, ਪਾਣੀ 'ਚ ਵੀ ਪਾਉਂਦੇ ਆ ਜਦੋਂ ਮੋਟਰ ਚੱਲਦੀ ਅੱਛਾ, ਆ। ਮਤਲਬ ਹੋਰ ਰੇ ਸਪਰੇਅ ਨਹੀਂ ਵਰਤਦੇ, ਇਹ ਵਰਤਦੇ ਹੋ। ਇਹਦੇ 'ਚ ਪੈਂਦਾ ਕੀ ਕੀ ਹੈ? ਇਹ 'ਚ ਗੁੜ ਪੈਂਦਾ ਜੀ, ਪਿਸ਼ਾਬ ਪਾਉਂਦੇ ਆ, ਗੋਹਾ ਪਾਉਂਦੇ ਆ ਜੀ, ਗਊਆਂ ਦਾ ਪਿਸ਼ਾਬ। ਹਾਂਜੀ ਹਾਂਜੀ। ਤੇ ਫਿਰ ਇਹ ਸਾਰੀ ਫਸਲ ਦੇ ਉੱਤੇ ਛਿੜਕਦੇ ਹੋ? ਛਿੜਕਦੇ ਵੀ ਆ ਜੀ, ਤੇ ਪਾਣੀ 'ਚ ਵੀ ਪਾਉਂਦੇ ਆ ਵਿੱਚ ਨਾਲ। ਠੀਕ ਹੈ। ਹਾਂਜੀ। ਤੇ ਹੋਰ ਇੱਥੇ ਕਿਹੜੇ ਕਿਹੜੇ ਬੂਟੇ ਲਗਾਏ ਹੋਏ, ਹੋਰ ਕਿਹੜੀ ਕਿਹੜੀ ਫਸਲ ਲਗਾਈ ਹੋਈ ਹੈ? ਇੱਥੇ ਆਪਣੇ ਆਮਲਾ ਬੱਟਾਂ ਲਾਏ ਹੋਏ ਨੇ, ਫਲਾਂ ਵਾਲੇ ਬੂਟੇ ਜੀ। ਅੱਛਾ। ਤੇ ਬਾਕੀ ਆਪਣਾ ਐਲੋਵੀਰਾ ਜੀ। ਐਲੋਵੇਰਾ। ਹਾਂਜੀ। ਉਹ ਵੀ ਸਾਨੂੰ ਤਾਂ ਦਿਖਾਓ ਜ਼ਰੂਰ। ਓਕੇ ਜੀ। ਟੈਂਕੀ ਬਣਾਉਣੇ ਅਸੀਂ, ਇਹ ਵੱਡਿਆ ਹੋਇਆ ਨਾ ਹੁਣ, ਇਹਦਾ ਸਿਰਕਾ ਹੀ ਬਣਾਉਂਦੇ ਜੀ। ਇਹ ਜਿਹੜਾ ਸਿਰਕਾ ਬਣਾਉਂਦੇ ਉਹ ਕਿੱਥੇ ਤਿਆਰ ਕਰਦੇ ਹੋ? ਗੁਰਮੀਤ ਜੀ, ਐਲੋਵੇਰਾ ਇੱਥੇ ਲਾਈ ਹੋਈ ਹੈ,
ਆਂਵਲਾ ਇੱਥੇ ਲਾਇਆ ਹੋਇਆ ਜਿਹਨੂੰ ਆਪਾਂ ਔਲਾ ਕਹਿ ਦਿੰਦੇ ਆ, ਅਲੋਏ ਵੈਰਾ ਦੇ ਕੀ ਫਾਇਦੇ ਨੇ? ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਜੀ, ਚਮੜੀ ਰੋਗ ਤੋਂ, ਸੈਕਸੁਅਲ ਪ੍ਰੋਬਲਮ ਤੋਂ ਅੱਛਾ ਬਹੁਤ ਫਾਇਦੇ ਨੇ ਇਹਦੇ। ਕੰਮ ਵੀ ਕਰਦਾ ਇਹ ਚਮੜੀ ਰੋਗ ਤੋਂ ਵੀ ਫਾਇਦਾ ਕਰਦਾ। ਅੱਛਾ, ਇਹਦੀ ਤਸੀਰ ਗਰਮ ਹੁੰਦੀ ਹੈ ਜਾਂ ਠੰਡੀ ਹੁੰਦੀ ਹੈ? ਉਹ ਪ੍ਰੋ ਬੈਕਟੀਰੀਆ ਬਣ ਜਾਂਦਾ ਜੀ, ਫਿਰ ਗਰਮ ਗਰਮ ਵਾਲਾ ਚੱਕਰ ਨਹੀਂ ਹੈ ਕੋਈ। ਅੱਛਾ, ਜਦੋਂ ਸਿਰਕਾ ਬਣ ਗਿਆ ਨਾ ਪ੍ਰੋ ਬੈਕਟੀਰੀਆ ਬਣ ਜਾਂਦਾ, ਉਹ ਗਰਮ ਠੰਡਾ ਨਹੀਂ ਹੁੰਦਾ। ਕੋਈ ਤਸੀਰ ਨਹੀਂ ਹੁੰਦੀ। ਤੇ ਫਿਰ ਆਮਲਾ ਵੀ ਇੱਥੇ ਤੋੜਦੇ ਹੋ ਤੁਸੀਂ? ਆਮਲਾ ਵੀ ਇੱਥੇ ਹੀ ਤੋੜਦੇ ਆ ਜੀ। ਹੁਣ ਅਸੀਂ ਉਹ ਫੈਕਟਰੀ 'ਚ ਖੜੇ ਹਾਂ ਜਿੱਥੇ ਇਹ ਸਾਰੇ ਸਿਰਕੇ ਬਣਦੇ ਆ। ਗੁਰਮੀਤ ਜੀ, ਆਹ ਕੀ ਚੀਜ਼ ਹੈ? ਇਹ ਗ੍ਰਾਈਂਡਰ ਆ ਜੀ, ਇਹ ਜਿਵੇਂ ਕ੍ਰਸ਼ ਕਰਨਾ, ਕੋਈ ਸੇਬ ਜਾਮਣ ਜਿੰਨੇ ਵੀ ਫਰੂਟ ਨੇ ਕ੍ਰਸ਼ ਕਰਦੇ ਆ ਇਹਦੇ ਨਾਲ। ਅੱਛਾ, ਤੇ ਫਿਰ ਆ ਇੱਥੇ ਬੜੀਆਂ ਸਾਰੀਆਂ ਟੈਂਕੀਆਂ ਪਈਆਂ ਨੇ, ਬਹੁਤ ਸਾਰੀਆਂ ਨੇ, ਪਿੱਛੇ ਦੇਖੀਏ ਤਾਂ ਪਿੱਛੇ ਬਹੁਤ ਸਾਰੀਆਂ ਟੈਂਕੀਆਂ ਪਈਆਂ ਨੇ। ਆ ਇਹ ਟੈਂਕੀਆਂ ਦਾ ਕੀ ਕੰਮ ਹੈ? ਇਹ ਜੂਸ ਪਾਉਂਦੇ ਜੀ ਇਹਦੇ ਚੋਂ ਕੱਢ ਕੇ, ਫਿਰ ਫਰਮੈਂਟੇਸ਼ਨ ਹੁੰਦੀ ਹੈ ਇਹਨਾਂ 'ਚ। ਅੱਛਾ, ਹਾਂਜੀ। ਤੇ ਫਿਰ ਕਿੰਨਾ ਕੁ ਪ੍ਰੋਸੈਸ ਲੱਗਦਾ ਇਹ ਸਾਰੇ ਬਣਾਉਣ ਨੂੰ? ਇਹ ਸਾਲ ਭਰ ਲੱਗ ਜਾਂਦਾ ਜੀ। ਅੱਛਾ, ਮਤਲਬ 1 ਸਾਲ ਦਾ ਐਡਵਾਂਸ ਰੱਖਦੇ ਹੋ ਤੁਸੀਂ ਬਣਾ ਕੇ? ਬਣਾ ਕੇ ਰੱਖਣਾ ਪੈਂਦਾ ਜੀ। ਠੀਕ ਹੈ, ਫਿਰ 1 ਸਾਲ ਬਾਅਦ ਉਹ ਵਰਤੋਂ ਦੇ ਕਾਬਿਲ ਹੋਊਗਾ। ਵੇਚਣ ਦੇ ਕੰਮ ਆਉਂਦਾ ਜੀ, ਵਰਤੋਂ ਦੇ। ਹਾਂਜੀ। ਤਾਂ ਪਿੱਛੇ ਦੇਖ ਸਕਦੇ ਹੋ ਕਿ ਪਿੱਛੇ ਇਹਨਾਂ ਨੇ ਡਰਮ ਰੱਖੇ ਹੋਏ ਆ, ਇੱਕ ਸਾਲ ਦਾ ਐਡਵਾਂਸ ਇੱਕ ਸਿਰਕਾ ਬਣਾ ਕੇ ਰੱਖਿਆ ਹੋਇਆ। ਇੱਥੇ ਬੋਤਲਾਂ ਪਈਆਂ ਨੇ ਜਿਨ੍ਹਾਂ ਦੇ ਉੱਤੇ ਸਟਿੱਕਰ ਲਾ ਕੇ ਫਿਰ ਉਹ ਸਿਰਕਾ ਭਰਿਆ ਜਾਂਦਾ ਹੈ ਟੈਂਕੀਆਂ ਦੇ ਵਿੱਚ। ਸਾਰੀਆਂ ਦੇ ਵਿੱਚ ਸਿਰਕਾ ਹੈ ਤੇ ਇਹ ਸਿਰਕੇ ਤੋਂ ਫਿਰ ਇਹ ਜਿਹੜਾ ਪ੍ਰੋਡਕਟ ਹੈ ਉਹ ਪਾਉਂਦੇ ਆ ਬੋਤਲਾਂ ਦੇ ਅੰਦਰ ਤੇ ਫਿਰ ਇਹ ਸਿਰਕਾ ਵੇਚਦੇ ਆ ਮਾਰਕੀਟ ਦੇ ਅੰਦਰ ਡਾਇਰੈਕਟ। ਜਿਵੇਂ ਤੁਹਾਨੂੰ ਇੱਕ ਸਫਲ ਕਿਸਾਨ ਦੀ ਕਹਾਣੀ ਦਿਖਾਈ ਅੱਜ ਗੁਰਮੀਤ ਸਿੰਘ ਦੀ, ਪਿੰਡ ਅਕੋਈ ਸਾਹਿਬ, ਜ਼ਿਲ੍ਹਾ ਸੰਗਰੂਰ ਪੈ ਜਾਂਦਾ ਹੈ। ਤੇ ਇਹ ਕਿਸਾਨ ਦੀ ਕਹਾਣੀ, ਸਫਲ ਕਹਾਣੀ ਦਿਖਾਉਣ ਦਾ ਮਕਸਦ ਇਹੀ ਹੈ ਕਿ ਹੋਰ ਕਿਸਾਨ ਅੱਗੇ ਆਉਣ ਤੇ ਸਹਾਇਕ ਧੰਦੇ ਅਪਣਾਉਣ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਕਿਸਾਨੀ ਕੋਈ ਘਾਟੇ ਦਾ ਸੌਦਾ ਹੈ ਜਾਂ ਲਾਹੇ ਦਾ ਸੌਦਾ ਨਹੀਂ ਹੈ। ਤਾਂ ਇਹ ਇੱਕ ਸਫਲ ਕਿਸਾਨ ਦੀ ਕਹਾਣੀ ਹੈ ਜਿਹੜਾ ਕਿ 2 ਕਿੱਲਿਆਂ 'ਚੋਂ ਹੀ 18-20 ਲੱਖ ਰੁਪਏ ਦੀ ਆਮਦਨ ਪੈਦਾ ਕਰ ਲੈਂਦਾ ਹੈ ਤੇ 1 ਸਾਲ ਦੇ ਵਿੱਚ ਘੱਟੋ ਘੱਟ 18 ਤੋਂ 20 ਲੱਖ ਰੁਪਈਆ ਕਮਾ ਲੈਂਦਾ ਹੈ, ਉਹ ਵੀ ਖੇਤੀ ਦੇ ਸਿਰੋਂ। ਖੇਤ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀਆਂ ਫਸਲਾਂ ਉਗਾ ਕੇ ਡਾਇਰੈਕਟ ਮਾਰਕੀਟ ਦੇ ਵਿੱਚ ਆਪ ਖੁਦ ਜਾ ਕੇ ਵੇਚਦਾ ਹੈ ਤੇ ਆਪਣੇ ਪ੍ਰੋਡਕਟ ਤੋਂ ਪੈਸੇ ਕਮਾਉਂਦਾ ਹੈ। ਜੇ ਹਰ ਕਿਸਾਨ ਇਹ ਸਭ ਕਰਨ ਲੱਗ ਜੇ ਤਾਂ ਖੇਤੀ ਕਦੇ ਵੀ ਘਾਟੇ ਦਾ ਸੌਦਾ ਨਹੀਂ ਰਹੂਗੀ ਤੇ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ। ਉਮੀਦ ਹੈ ਗੱਲਬਾਤ ਪਸੰਦ ਆਈ ਹੋਊਗੀ। ਜੁੜੇ ਰਹੋ ਸੁਰਖਾਬ ਟੀਵੀ ਦੇ ਨਾਲ। ਮੈਨੂੰ ਮਨੀ ਪਰਵੇਜ਼ ਨੂੰ ਦਿਓ ਇਜਾਜ਼ਤ। ਧੰਨਵਾਦ।